Audio Jungle. Audio Jungle. ਐਮਐਲਏ ਆ ਓਮ ਪ੍ਰਕਾਸ਼ ਸੋਨੀ, ਚਾਹੇ ਉਹ ਡਿਪਟੀ ਸੀਐਮ ਵੀ ਬਣ ਗਏ। ਅਸੀਂ ਇਲਾਕੇ ਵਿੱਚ ਜਾ ਕੇ ਦੇਖਿਆ, ਲੋਕਾਂ ਦੇ ਵਿੱਚ ਬਹੁਤ ਬੁਰਾ ਹਾਲ ਹੈ। ਸੀਵਰੇਜ ਪਾਣੀ ਗੰਦਾ ਆ ਰਿਹਾ। ਪਰ ਓਮ ਪ੍ਰਕਾਸ਼ ਸੋਨੀ ਕਾਂਗਰਸ ਦਾ ਜਿਹੜਾ ਕੈਂਡੀਡੇਟ ਆ ਉਹ ਬਹੁਤ ਬੁਖਲਾਹਟ 'ਚ ਆ, ਔਰ ਉਹਦਾ ਬੇਟਾ ਜਿਹੜਾ ਕੌਂਸਲਰ ਹੈ ਵਿਕਾਸ ਸੋਨੀ। ਨਿਊਜ਼ ਇਨ ਟੂਡੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਦਿਲੋਂ ਸਵਾਗਤ ਕਰਦੇ ਹਾਂ। ਜਿਵੇਂ ਕਿ ਚੋਣਾਂ ਦਾ ਦੌਰ ਚੱਲ ਰਿਹਾ ਹੈ ਔਰ ਅੱਜ ਅਸੀਂ ਪਹੁੰਚੇ ਹਾਂ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਹਲਕਾ ਕੇਂਦਰੀ ਅੰਮ੍ਰਿਤਸਰ ਤੋਂ ਸ਼੍ਰੀਮਤੀ ਦਲਬੀਰ ਕੌਰ ਜੀ ਦੇ ਆਫਿਸ, ਔਰ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਬਸਪਾ ਦੇ ਮੇਨ ਲੀਡਰ ਮਨਜੀਤ ਸਿੰਘ ਅਤਵਾਲ ਜੀ, ਔਰ ਆਓ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਪਹੁੰਚ ਚੁੱਕੇ ਹਾਂ ਸ਼੍ਰੀਮਤੀ ਦਲਬੀਰ ਕੌਰ ਜੀ, ਜੋ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਨੇ, ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਜੋ ਇਲੈਕਸ਼ਨਾਂ ਦਾ ਚੱਲ ਰਿਹਾ ਦੌਰ, ਉਹਨਾਂ ਦੇ ਵਿੱਚ ਉਹਨਾਂ ਦਾ ਕੀ ਕਹਿਣਾ ਆ ਜਨਤਾ ਨੂੰ, ਕਿ ਕਿਉਂ ਉਹਨਾਂ ਨੂੰ ਵੋਟ ਪਾਉਣ, ਕਿਉਂ ਜਿਤਾਉਣ, ਅਤੇ ਆਓ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਕੀ ਕਹਿਣਾ ਤੁਹਾਡਾ, ਕਿ ਤੁਸੀਂ ਜਨਤਾ ਨੂੰ ਕੀ ਕਹਿਣਾ ਚਾਹੋਗੇ, ਕਿ ਤੁਸੀਂ ਉਹਨਾਂ ਦਾ ਕੀ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਸਵਾਰ ਸਕਦੇ ਹੋ, ਉਹਨਾਂ ਨੂੰ ਕੀ ਫਾਇਦੇ ਦੇ ਸਕਦੇ ਹੋ ਜਿਸ ਕਰਕੇ ਉਹ ਤੁਹਾਨੂੰ ਵੋਟ ਪਾਉਣ? ਸ਼੍ਰੋਮਣੀ ਕਮੇਟੀ ਵੱਲੋਂ ਤੇ ਬਹੁਜਨ ਸਮਾਜ ਪਾਰਟੀ ਵੱਲੋਂ, ਦੋਨਾਂ ਪਾਰਟੀਆਂ ਵੱਲੋਂ ਟਿਕਟ ਮਿਲੀ ਆਪਾਂ ਨੂੰ, ਤੇ ਆਪਾਂ ਇਹੀ ਵਿਸ਼ਵਾਸ ਦਿਵਾਉਂਦੇ ਆ ਜਨਤਾ ਨੂੰ ਵੀ ਅੱਗੇ ਵੀ ਆਪਾਂ 5 ਸਾਲ 10 ਸਾਲ ਕੌਂਸਲ ਰਹੀ ਹਾਂ। ਮੈਂ ਬੜੇ ਕੰਮ ਸਵਾਰੇ ਲੋਕਾਂ ਦੇ, ਮੇਰੇ ਕੰਮ ਕਾਰ ਵੇਖ ਕੇ ਜਨਤਾ ਨੇ ਵੀ ਤੇ ਕਮੇਟੀ ਨਾ ਪਾਰਟੀ ਵਾਲਿਆਂ ਨੇ ਵੀ ਫਿਰ ਮੈਨੂੰ ਟਿਕਟ ਦਿੱਤੀ ਆ, ਅਤੇ ਮੈਂ ਵਿਸ਼ਵਾਸ ਦਿਵਾਉਂਦੀ ਹਾਂ ਜਨਤਾ ਨੂੰ ਸਾਰੀ ਨੂੰ ਵੀ ਮੈਂ ਵੱਧ ਤੋਂ ਵੱਧ ਕੰਮ ਕਰਾਵਾਂਗੀ ਅਤੇ ਵੱਧ ਤੋਂ ਵੱਧ ਤੁਹਾਡੇ ਦੁੱਖ ਸੁੱਖ ਦੀ ਹਰ ਵੇਲੇ ਪਿਆਰ ਰਵਾਂਗੀ। ਅਤੇ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਸਮਾਜ ਦੇ ਵਿੱਚ, ਸਾਡੇ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਮਸਲੇ ਬਣੇ ਹੋਏ ਨੇ। ਗਲੀਆਂ ਦਾ ਬਹੁਤ ਰੌਲਾ ਰਹਿੰਦਾ ਹੈ, ਸੜਕਾਂ ਦਾ ਰਹਿੰਦਾ ਆ, ਹੈ ਨਾ। ਸੋ ਬਿਜਲੀ ਪਾਣੀ ਨੂੰ ਲੈ ਕੇ ਸੰਬੰਧੀ ਬਹੁਤ ਜ਼ਿਆਦਾ ਸਮੱਸਿਆਵਾਂ, ਮਹਿੰਗਾਈ ਬਹੁਤ ਵੱਧ ਰਹੀ ਹੈ ਜਿਸ ਚੀਜ਼ ਤੋਂ ਲੋਕੀ ਪਰੇਸ਼ਾਨ ਨੇ। ਸੋ ਉਸ ਚੀਜ਼ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਪਾਂ ਕਿੰਨਾ ਕੁ ਇਹਨਾਂ ਦੇ ਨਾਲ ਸਾਥ ਨਿਭਾ ਸਕਦੇ ਹਾਂ, ਇਸ ਚੀਜ਼ ਨੂੰ ਲੈ ਕੇ ਇਹਨਾਂ ਦੇ ਮਸਲੇ ਹੱਲ ਕੀਤੇ ਜਾ ਸਕਦੇ ਨੇ? ਇਹੋ ਗਲੀਆਂ ਮਹੱਲੇ ਤੇ ਮੈਂ ਵੇਖੋ, ਆਪਣਾ ਮੇਰਾ ਇਲਾਕਾ ਵੇਖੋ, ਮੇਰੀ ਵਾਰਡ ਵੇਖੋ, ਮੈਂ ਕਿੰਨੀ ਵਧੀਆ ਅੱਗੇ ਵੀ ਸਵਾਰੀ ਆ, ਹੁਣ ਵੀ ਉੱਦਾਂ ਜਿੱਥੇ ਅਸੀਂ ਜਾਂਦੇ ਹਾਂ ਪਹਿਲਾਂ ਸਾਨੂੰ ਗਲੀਆਂ ਹੀ ਦਿਖਾਉਂਦੇ, ਜਿੱਥੇ ਜਾਈਦਾ ਗਲੀਆਂ ਹੀ ਦਿਖਾਉਂਦੇ ਵੀ ਭੈਣ ਜੀ ਆ ਮੇਰੀ ਗਲੀ ਵੇਖੋ। ਪਹਿਲਾਂ ਉਹਨਾਂ ਨੂੰ ਇਹੀ ਕਹੀਦਾ ਵੀ ਸਾਨੂੰ ਬਣਾਓ, ਅਸੀਂ ਵੱਧ ਤੋਂ ਵੱਧ ਤੁਹਾਡੇ ਸਾਥ ਦੇਵਾਂਗੇ, ਗਲੀਆਂ ਬਣਾਵਾਂਗੇ, ਵੱਧ ਤੋਂ ਵੱਧ ਕੰਮ ਕਰਾਵਾਂਗੇ ਤੁਹਾਡੇ। ਅਤੇ ਜਿਵੇਂ ਕਿ ਤੁਸੀਂ ਕਿਹਾ ਕਿ ਪਹਿਲਾਂ ਵੀ ਤੁਸੀਂ ਕੌਂਸਲਰ ਰਹਿ ਚੁੱਕੇ ਹੋ, ਹੈ ਨਾ। ਹੁਣ ਕੌਂਸਲਰ ਦੀ ਅਤੇ ਹੁਣ ਜਿਹੜਾ ਤੁਸੀਂ ਹਲਕਾ ਕੇਂਦਰੀ ਤੋਂ ਲੜ ਰਹੇ ਹੋ, ਉਹਦੇ 'ਚ ਵੀ ਕਾਫੀ ਡਿਫਰੈਂਸ ਹੈ। ਅਤੇ ਕੀ ਤੁਸੀਂ ਲੋਕਾਂ ਦੀ ਉਮੀਦ 'ਤੇ ਖਰੇ ਉਤਰ ਪਾਓਗੇ? ਕਿਉਂਕਿ ਉਸ ਲੈਵਲ 'ਤੇ ਜਾ ਕੇ ਕੰਮ ਬਹੁਤ ਜ਼ਿਆਦਾ ਵੱਧ ਜਾਂਦੇ ਨੇ, ਠੀਕ ਹੈ, ਅਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ? ਕੰਮ ਦੀ ਇਹੋ ਹੀ ਆ, ਮਤਲਬ ਵੀ ਵੱਧ ਤੋਂ ਵੱਧ ਜਨਤਾ ਨੂੰ ਸਾਥ ਦੇਵਾਂਗੇ, ਆਪਾਂ ਭਰੋਸਾ ਦਿਵਾਉਂਦੇ ਹਾਂ, ਵੱਧ ਤੋਂ ਵੱਧ ਸਾਥ ਦੇਵਾਂਗੇ, ਵੱਧ ਤੋਂ ਵੱਧ ਇਹਨਾਂ ਦੇ ਕੰਮ ਕਰਾਵਾਂਗੇ। ਜੋ ਵੀ ਸਾਨੂੰ ਮਤਲਬ ਕਮੇਟੀ ਵੱਲੋਂ ਜੋ ਵੀ ਇਹਨਾਂ ਦਾ ਪਾਰਟੀ ਵੱਲੋਂ ਬੱਚਿਆਂ ਵਾਸਤੇ ਮਿਲੂਗਾ ਸਹੂਲਤ, ਉਹ ਵੀ ਇਹਨਾਂ ਦੇ ਹਾਜ਼ਰ ਹੋਊਗੀ। ਨੀਲੇ ਕਾਰਡਾਂ ਦੇ ਹੋਰ ਵੀ ਕਈ ਚੀਜ਼ਾਂ ਦੀਆਂ ਸਹੂਲਤਾਂ ਵਾ, ਹਰ ਚੀਜ਼ਾਂ ਇਹਨਾਂ ਦੇ ਪੇਸ਼ ਕਰਾਂਗੇ, ਹਰ ਤਾਂ ਇਹਨਾਂ ਦੇ ਸਾਹਮਣੇ ਲਿਆਵਾਂਗੇ, ਇਹਨਾਂ ਦਾ ਜੋ ਵੀ ਹੋਊਗਾ ਅਸੀਂ ਇਹਨਾਂ ਨੂੰ ਦੇਵਾਂਗੇ ਜੀ। ਅਤੇ ਨਾਲ ਸਾਡੇ ਨੇ ਮਨਜੀਤ ਸਿੰਘ ਅਟਵਾਲ ਜੀ, ਜੋ ਇੰਚਾਰਜ ਨੇ ਬਸਪਾ ਪੰਜਾਬ ਤੋਂ, ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ। ਭਾਅ ਜੀ, ਤੁਹਾਡਾ ਕੀ ਕਹਿਣਾ ਆ ਕਿ ਕਿਉਂ ਤੁਹਾਨੂੰ ਬਸਪਾ ਦੀ ਜਿਹੜੀ ਸਰਕਾਰ ਹੈ ਇੱਥੇ ਲਿਆਂਦੀ ਜਾਵੇ, ਕੀ ਕਹੋਗੇ? ਦੇਖੋ ਜੀ, ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਕੋਲ ਆਏ, ਔਰ ਤੁਸੀਂ ਸਾਡੀ ਆਵਾਜ਼ ਜਿਹੜੀ ਸੈਂਟਰ ਹਲਕੇ ਦੇ ਲੋਕਾਂ ਤੱਕ ਪਹੁੰਚਾਉਣ ਲਈ ਸਾਡੇ ਕੋਲ ਤੁਸੀਂ ਪਹੁੰਚ ਕੀਤੀ ਆ। ਮੈਂ ਇਸ ਕਰਕੇ ਕਹਾਂਗਾ ਕਿ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਦੀ ਸਰਕਾਰ ਬਣਨੀ ਬਹੁਤ ਜ਼ਰੂਰੀ ਹੈ, ਕਿਉਂਕਿ ਪਿਛਲੇ 5 ਸਾਲ ਕਾਂਗਰਸ ਦਾ ਰਾਜ ਲੋਕਾਂ ਨੇ ਵੇਖਿਆ। ਜਿੰਨੇ ਝੂਠੇ ਵਾਅਦੇ ਕਾਂਗਰਸ ਨੇ ਕੀਤੇ ਆ, ਕਿਸੇ ਵੀ ਵਾਅਦੇ 'ਤੇ ਕਾਂਗਰਸ ਖਰੀ ਨਹੀਂ ਉਤਰੀ। ਇਸ ਕਰਕੇ ਲੋਕ ਚਾਹੁੰਦੇ ਆ, ਔਰ ਬਹੁਜਨ ਸਮਾਜ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਗਠਬੰਧਨ ਹੀ ਇਸ ਕਰਕੇ ਹੋਇਆ ਕਿ ਇੱਕ ਚੰਗਾ ਜਿਹੜਾ ਉਹ ਪ੍ਰਸ਼ਾਸਨ ਔਰ ਸ਼ਾਸਨ ਜਿਹੜਾ ਉਹ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾ ਸਕੇ। ਅਤੇ ਜਿਵੇਂ ਕਿ ਤੁਸੀਂ ਕਿਹਾ ਕਿ
ਕਾਂਗਰਸ ਦੀ ਸਰਕਾਰ ਨੂੰ ਲੈ ਕੇ ਤੇ ਚੰਨੀ ਸਾਹਿਬ ਨੇ ਵੀ ਕਾਫੀ ਜਿਹੜੇ ਨੇ ਉਹ ਐਲਾਨ ਕੀਤੇ ਨੇ। ਜਿਵੇਂ ਆਪਾਂ ਦੇਖ ਰਹੇ ਹਾਂ ਕਿ ਉਹ ਬਿਜਲੀ ਨੂੰ ਲੈ ਕੇ ਉਹਨਾਂ ਨੇ ਕਾਫੀ ਕਹਿੰਦੇ ਕਿ ਰੇਟ ਸਸਤੇ ਕਰਾਂਗਾ, ਮੈਂ ਰੇਤ ਦਾ ਜਿਹੜਾ ਮਾਫੀਆ ਉਹ ਖਤਮ ਕਰਾਂਗਾ। ਸੋ ਐਸੇ ਕਾਫੀ ਐਲਾਨ ਤਾਂ ਉਹ ਵੀ ਕਰ ਰਹੇ ਨੇ ਤੇ ਲੋਕ ਜਿਹੜੇ ਨੇ ਉਹ ਉਹਨਾਂ ਨੂੰ ਵੀ ਪਸੰਦ ਕਰ ਰਹੇ ਨੇ। ਦੇਖੋ ਜੀ, ਕਾਂਗਰਸ ਨੇ ਇੱਕ ਦਲਿਤ ਪੱਤਾ ਖੇਡਿਆ ਸੀ ਸੀਐਮ ਚੰਨੀ ਸਾਹਿਬ ਨੂੰ ਸੀਐਮ ਬਣਾ ਕੇ, ਕਿਉਂਕਿ 3 ਮਹੀਨੇ ਤਾਂ ਉਹਨਾਂ ਨੂੰ ਜਿਹੜਾ ਮੁੱਖ ਮੰਤਰੀ ਬਣਾਇਆ। ਉਸ ਤੋਂ ਪਹਿਲਾਂ ਕੈਪਟਨ ਸਾਹਿਬ ਸੀ ਜਿਨ੍ਹਾਂ ਨੇ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਸਹੁੰ ਖਾਧੀ ਸੀ ਕਿ ਮੈਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗਾ। ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ। ਜਦੋਂ ਕੈਪਟਨ ਸਾਹਿਬ ਇਹਨਾਂ ਸਾਰਿਆਂ ਵਾਅਦਿਆਂ ਤੋਂ ਭੱਜੇ ਤੇ ਦਲਿਤ ਕਾਰਡ ਖੇਡ ਕੇ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਬਣਾਇਆ। ਪਰ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਵੀ ਸਿਰਫ ਐਲਾਨ ਕੀਤੇ ਔਰ ਪੰਜਾਬ ਵਾਸੀਆਂ ਨੇ ਉਹਨਾਂ ਨੂੰ ਨਾਮ ਦਿੱਤਾ ਐਲਾਨਜੀਤ ਸਿੰਘ, ਵਿਸ਼ਵਾਸਘਾਤਜੀਤ ਸਿੰਘ। ਪਰ ਉਹ ਵੀ ਕਿਸੇ ਵੀ ਜੋ ਵੀ ਉਹਨਾਂ ਨੇ ਵਾਅਦੇ ਕੀਤੇ ਸੀ ਸਿਰਫ ਉਹ ਐਲਾਨ ਹੀ ਸਾਬਤ ਹੋਏ। 36,000 ਮੁਲਾਜ਼ਮ ਪੱਕੇ ਕਰਨ ਦੀ ਗੱਲ ਕੀਤੀ, ਉਹ ਵੀ ਐਲਾਨਾਂ ਦੇ ਵਿੱਚ ਹੀ ਰਹਿ ਗਿਆ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੁਹਾਡੇ ਵਰਗੇ ਮੀਡੀਆ ਬੰਧੂਆਂ ਨੇ ਕਿ ਬਈ 36,000 ਮੁਲਾਜ਼ਮ ਤੁਸੀਂ ਪੱਕਾ ਕਿਉਂ ਨਹੀਂ ਕੀਤਾ, ਤੇ ਉਹਨਾਂ ਨੇ ਕਿਹਾ ਜੀ ਮੇਰੀ ਜਿਹੜੀ ਫਾਈਲ ਆ ਉਹ ਗਵਰਨਰ ਕੋਲ ਪਈ ਹੈ, ਗਵਰਨਰ ਸਾਈਨ ਨਹੀਂ ਕਰ ਰਿਹਾ। ਮਤਲਬ ਆਪਣੀ ਜਿਹੜੀ ਗੇਂਦ ਹੈ ਉਹ ਗਵਰਨਰ ਦੇ ਪਾਲੇ ਸੁੱਟ ਦਿੱਤੀ। ਹੁਣ ਵੀ ਜੋ ਵੀ ਉਹਨਾਂ ਐਲਾਨ ਕੀਤਾ ਸੀ ਕੋਈ ਵੀ ਪੂਰਾ ਨਹੀਂ ਕੀਤਾ, ਪਰ ਲੋਕ ਸਿਰਫ ਪਸੰਦ ਕਰ ਰਹੇ ਸੀ ਕਿ ਕੁਝ ਨਵਾਂ ਲੈ ਕੇ ਆਉਣਗੇ। ਪਰ ਚੰਨੀ ਸਾਹਿਬ ਨੇ ਜਿਹੜਾ ਕੁਝ ਵੀ ਵਾਅਦਾ ਉਹਨਾਂ ਨੇ ਵੀ ਪੂਰਾ ਨਹੀਂ ਕੀਤਾ, ਸਿਰਫ ਐਲਾਨਜੀਤ ਬਣ ਕੇ ਰਹਿ ਗਏ ਉਹ। ਜੀ, ਤੇ ਜਿੱਦਾਂ ਆਪਾਂ ਦੇਖ ਰਹੇ ਹਾਂ ਕਿ ਉਹ ਕਹਿ ਰਹੇ ਸੀ ਕਿ ਆਪਣਾ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਆਪਾਂ 1,000 2,000 ਰੁਪਇਆ ਦਿਆਂਗੇ ਔਰਤਾਂ ਨੂੰ, ਹੈ ਨਾ। ਤੇ ਸਿੱਧੂ ਸਾਹਿਬ ਕਹਿੰਦੇ ਨੇ ਆਪਾਂ ਵੀ 2,000 ਦਿਆਂਗੇ, ਆਪਾਂ ਉਹ ਕਹਿੰਦੇ ਕਿ ਇੰਨੇ ਯੂਨਿਟ ਦਿਆਂਗੇ, ਤੇ ਦੂਸਰੀ ਸਰਕਾਰ ਕਹਿੰਦੀ ਹੈ ਇੰਨੇ ਯੂਨਿਟ ਦਿਆਂਗੇ। ਸੋ ਤੁਹਾਡਾ ਵੀ ਕੁਝ ਐਸੇ ਮਨਸੂਬੇ ਹੈਗੇ ਨੇ? ਬਿਲਕੁਲ ਜੀ, ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਨੇ ਸਭ ਤੋਂ ਪਹਿਲਾਂ 13 ਨੁਕਾਤੀ ਪ੍ਰੋਗਰਾਮ ਜਾਰੀ ਕੀਤਾ ਸੀ। ਉਸ ਦੀ ਨਕਲ ਕਰ ਰਹੀਆਂ ਇਹੀ ਪਾਰਟੀਆਂ, ਆਮ ਆਦਮੀ ਪਾਰਟੀ ਵੀ ਔਰ ਜੋ ਸਿੱਧੂ ਸਾਹਿਬ ਐਲਾਨ ਕਰ ਰਿਹਾ ਉਹ ਵੀ ਨਕਲ ਕਰ ਰਿਹਾ। ਕਿਉਂਕਿ ਬਹੁਜਨ ਸਮਾਜ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਸੀ ਕਿ ਜਿਹੜੇ ਨੀਲੇ ਕਾਰਡ ਧਾਰਕ ਸਾਡੀਆਂ ਔਰਤਾਂ ਭੈਣਾਂ ਹੈ ਜਿਨ੍ਹਾਂ ਦੇ ਕੋਲ ਨੀਲੇ ਕਾਰਡ ਬਣੇ ਆ ਉਹਨਾਂ ਦੇ ਖਾਤੇ ਦੇ ਵਿੱਚ 2,000 ਰੁਪਇਆ ਪਾਇਆ ਜਾਏਗਾ। ਪਰ ਕੇਜਰੀਵਾਲ ਸਾਹਿਬ ਕਹਿ ਰਿਹਾ ਕਿ ਮੈਂ ਸਾਰੀਆਂ ਜਿੰਨੀਆਂ ਵੀ ਸਾਡੇ ਪੰਜਾਬ ਦੀਆਂ ਔਰਤਾਂ ਜੋ 18 ਸਾਲ ਤੋਂ ਵੱਧ ਹੈ ਉਹਨਾਂ ਦੇ ਖਾਤੇ 'ਚ 1,000 ਰੁਪਇਆ ਪਾਵਾਂਗਾ। ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਇਸ ਤਰ੍ਹਾਂ ਤਾਂ ਫਿਰ ਹਰਸਿਮਰਤ ਕੌਰ ਬਾਦਲ ਜੀ ਆ ਉਹਨਾਂ ਦੇ ਅਕਾਊਂਟ 'ਚ ਵੀ 1,000 ਪਾਉਣਾ ਪਏਗਾ, ਪ੍ਰਨੀਤ ਕੌਰ ਦੇ ਵੀ 1,000 ਪਾਉਣਾ ਪਏਗਾ ਜੋ MP ਆ। ਪਰ ਜੋ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਹਿ ਰਹੀ ਆ ਉਹ ਸਿਰਫ ਜਿਹੜੀ ਨੀਲੇ ਕਾਰਡ ਧਾਰਕ ਜਿਹੜੇ ਜ਼ਰੂਰਤਮੰਦ ਆ ਉਹਨਾਂ ਦੇ ਅਕਾਊਂਟ ਦੇ ਵਿੱਚ ਹੀ 2,000 ਰੁਪਇਆ ਪਾਇਆ ਜਾਏਗਾ। ਰਹੀ ਬਿਜਲੀ ਦੀ ਗੱਲ, ਬਿਜਲੀ ਦੀ ਜਿਹੜੀ ਗੱਲ ਹੈ ਉਹ 300 ਯੂਨਿਟ ਮਾफ़ ਕਰਨ ਦੀ ਗੱਲ ਕੀਤੀ ਕੇਜਰੀਵਾਲ ਸਾਹਿਬ ਨੇ। ਪਰ ਜਦੋਂ ਮੀਡੀਆ ਨੇ ਪੁੱਛਿਆ ਕਿ ਭਈ ਤੁਸੀਂ 300 ਯੂਨਿਟ ਮਾफ़ ਕਰੋਗੇ ਔਰ 300 ਯੂਨਿਟ ਤੋਂ ਜਦੋਂ ਉੱਪਰ ਬਿੱਲ ਹੋ ਜਾਏਗਾ ਤੇ ਉਸ ਦਾ ਕੀ ਕਰੋਗੇ, ਤੇ ਉਹਨਾਂ ਕਿਹਾ ਵੀ 300 ਯੂਨਿਟ ਤੋਂ ਉੱਪਰਲਾ ਜਿਹੜਾ ਬਿੱਲ ਹੋਏਗਾ ਸਾਰੇ ਦਾ ਬਿੱਲ ਲੱਗੇਗਾ। ਪਰ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ 10 ਸਾਲ ਪਹਿਲਾਂ ਸਰਕਾਰ ਰਹੀ ਹੈ 200 ਯੂਨਿਟ ਮਾਫ਼ ਸੀ ਔਰ 200 ਯੂਨਿਟ ਤੋਂ ਉੱਪਰਲਾ ਜਿਹੜਾ ਬਿੱਲ ਹੁੰਦਾ ਸੀ ਉਹੀ ਲਿਆ ਜਾਂਦਾ ਸੀ। ਅੱਜ ਮਾਨਯੋਗ ਸੁਖਬੀਰ ਸਿੰਘ ਬਾਦਲ ਸਾਹਿਬ ਔਰ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਸਾਹਿਬ ਉਹਨਾਂ ਨੇ ਐਲਾਨ ਕੀਤਾ ਕਿ 800 ਯੂਨਿਟ ਜਿਹੜਾ ਉਹ ਫ੍ਰੀ ਕੀਤਾ ਜਾਏਗਾ। 800 ਯੂਨਿਟ ਬਹੁਤ ਹੁੰਦੇ ਆ। ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ 800 ਯੂਨਿਟ ਮਾफ़ ਕਰਨ ਦੀ ਗੱਲ ਕੀਤੀ ਹੈ। ਜੋ ਕਿਹਾ ਪਹਿਲਾਂ ਅਕਾਲੀ ਦਲ ਨੇ ਉਹੀ ਕਰਕੇ ਦਿਖਾਇਆ। ਅੱਜ ਵੀ ਬਸਪਾ ਨੇ ਯੂਪੀ ਦੇ ਵਿੱਚ ਕੰਮ ਕਰਕੇ ਦਿਖਾਇਆ ਔਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੰਮ ਕਰਕੇ ਦਿਖਾਇਆ। ਇਸ ਕਰਕੇ ਜੋ ਅਸੀਂ ਕਿਹਾ ਉਸ 'ਤੇ ਅਸੀਂ ਖਰੇ ਉਤਰਾਂਗੇ। ਤੇ ਜਿਵੇਂ ਕਿ ਤੁਸੀਂ ਪਹਿਲਾਂ ਵੀ ਕਿਹਾ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਸੀ ਉਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਜਿਹੜੇ ਐਲਾਨ ਕੀਤੇ ਸੀ ਉਹ ਵੀ ਨਹੀਂ ਉਹ ਪੂਰੇ ਕਰ ਪਾਏ, ਹੈ ਨਾ। ਸੋ ਲੋਕਾਂ ਦਾ ਵਿਸ਼ਵਾਸ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਕਰਕੇ, ਇਹਨਾਂ ਕਾਰਨਾਂ ਕਰਕੇ ਟੁੱਟਦਾ ਆ। ਤੇ ਤੁਸੀਂ ਕਿੱਦਾਂ ਵਿਸ਼ਵਾਸ ਦਿਵਾ ਪਾਓਗੇ ਕਿ ਜੋ ਤੁਸੀਂ ਕਹਿ ਰਹੇ ਹੋ ਇਹ ਸੱਚ ਹੋਊਗਾ, ਕਿ ਜੋ 800 ਯੂਨਿਟ ਤੁਸੀਂ ਕਹਿ ਰਹੇ ਹੋ ਲੋਕਾਂ ਨੂੰ ਉਹ ਫ੍ਰੀ ਬਿਜਲੀ ਦੇ ਪਾਓਗੇ ਜਾਂ ਹੋਰ ਵੀ ਉਹਨਾਂ ਦੇ ਕੰਮ ਸਵਾਰ ਪਾਓਗੇ? ਕਿਉਂਕਿ ਮਹਿੰਗਾਈ ਜਿਹੜੀ ਹੈ ਉਹ ਪਰੇਸ਼ਾਨ ਨੇ, ਕੰਮ ਕਾਰ ਇੰਨੇ ਹੈ ਨਹੀਂ, ਇੱਥੇ ਬਿਜ਼ਨਸ ਇੰਨੇ ਚੱਲ ਨਹੀਂ ਰਹੇ। ਤੇ ਇਹ ਕੀ ਤੁਸੀਂ ਇਹਦੇ ਬਾਰੇ ਚਾਹੋਗੇ ਕਿ ਉਹਨਾਂ ਨੂੰ ਕੁਝ ਠੋਸ ਦੇਣਾ ਕਿ ਆਪਾਂ ਇਦਾਂ ਹੀ ਕਰਾਂਗੇ ਜੋ ਆਪਾਂ ਕਹਿ ਰਹੇ ਹਾਂ? ਦੇਖੋ ਜੀ, ਸਾਡਾ ਪਹਿਲਾਂ ਵੀ ਜਿਹੜਾ ਐਲਾਨ ਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 10 ਸਾਲ ਜਦੋਂ ਪਹਿਲਾਂ ਚੱਲੀ ਹੈ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ। ਅੱਜ ਤੁਸੀਂ ਦੇਖ ਰਹੇ ਹੋ ਜਿੰਨੀਆਂ ਸੜਕਾਂ ਬਣੀਆਂ 4 ਮਾਰਗੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਰਾਜ 'ਚ ਹੋਇਆ। ਜੋ ਨੌਕਰੀਆਂ ਮਿਲੀਆਂ ਬੱਚਿਆਂ ਨੂੰ, ਪੰਜਾਬ ਪੁਲਿਸ ਦੀ ਭਰਤੀ ਹੋਈ, ਹੋਰ 200 ਯੂਨਿਟ ਮਾਫ਼ ਸੀ, ਨੀਲੇ ਕਾਰਡ ਦੇ ਉੱਤੇ ਆਟਾ ਦਾਲ ਸਕੀਮ ਸੀ, ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ 'ਚ ਹੋਇਆ। ਇਸ ਕਰਕੇ ਲੋਕ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦੇ ਉੱਪਰ ਭਰੋਸਾ ਕਰ ਰਿਹਾ ਔਰ ਅਸੀਂ ਵੀ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਜੋ ਵੀ ਵਾਅਦੇ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਇਲੈਕਸ਼ਨਾਂ ਦੌਰਾਨ ਕਰੇਗੀ ਉਹ ਪੂਰੇ ਕਰਕੇ ਦਿਖਾਏਗੀ।
ਤੇ ਲਾਸਟ ਵਿੱਚ ਆਪਾਂ ਚਾਹੁੰਦੇ ਹਾਂ ਕਿ ਤੁਸੀਂ ਲੋਕਾਂ ਨੂੰ ਕੋਈ ਆਪਣਾ ਸੰਦੇਸ਼ ਦਿਓ, ਮੈਸੇਜ ਦਿਓ, ਤੇ ਜਿਸ ਕਰਕੇ ਲੋਕ ਤੁਹਾਡੇ ਨਾਲ ਜੁੜਨ ਔਰ ਤੁਹਾਨੂੰ ਵੋਟ ਪਾਉਣ। ਮੈਂ ਹਲਕਾ ਸੈਂਟਰ ਨਿਵਾਸੀਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਭੈਣ ਦਲਵੀਰ ਕੌਰ ਜੀ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਹੈ, ਭੈਣ ਕੁਮਾਰੀ ਮਾਇਆਵਤੀ ਜੀ ਜੋ ਉੱਤਰ ਪ੍ਰਦੇਸ਼ ਦੇ 4-4 ਵਾਰ ਮੁੱਖ ਮੰਤਰੀ ਰਹੇ ਆ, ਉਹਨਾਂ ਦਾ ਆਸ਼ੀਰਵਾਦ ਇਹਨਾਂ ਨੂੰ ਔਰ ਹਲਕੇ ਵਾਸੀਆਂ ਦਾ ਕਾਫੀ ਪਿਆਰ ਮਿਲ ਰਿਹਾ, ਕਿਉਂਕਿ ਜੋ ਇੱਥੋਂ MLA ਆ ਓਮ ਪ੍ਰਕਾਸ਼ ਸੋਨੀ, ਚਾਹੇ ਉਹ ਡਿਪਟੀ CM ਵੀ ਬਣ ਗਏ, ਅਸੀਂ ਇਲਾਕੇ ਵਿੱਚ ਜਾ ਕੇ ਦੇਖਿਆ ਲੋਕਾਂ ਦੇ ਵਿੱਚ ਬਹੁਤ ਬੁਰਾ ਹਾਲ ਹੈ। ਸੀਵਰੇਜ ਪਾਣੀ ਗੰਦਾ ਆ ਰਿਹਾ, ਸੀਵਰੇਜ ਸਪਲਾਈ ਬਿਲਕੁਲ ਸਹੀ ਨਹੀਂ ਹੈ, ਗਲੀਆਂ ਨਾਲੀਆਂ ਬਣੀਆਂ ਨਹੀਂ ਹੈ। ਲੋਕ ਇਹਨਾਂ ਤੋਂ ਦੁਖੀ ਹੈ ਕਾਂਗਰਸ ਪਾਰਟੀ ਕੋ, ਕਿਉਂਕਿ 74 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਜਿੰਨੀ ਵਾਰ ਕਾਂਗਰਸ ਦੀ ਸਰਕਾਰ ਬਣੀ ਹੈ, ਕਾਂਗਰਸ ਨੇ ਕੋਈ ਕੰਮ ਨਹੀਂ ਕੀਤਾ। ਇਹਨਾਂ ਦੇ ਜਿੰਨੇ ਵੀ MLAs ਮੰਤਰੀ ਹੈ, ਉਹਨਾਂ ਨੇ ਆਪਣੇ ਘਰ ਭਰਨ ਦੀ ਗੱਲ ਕੀਤੀ ਹੈ, ਵਿਕਾਸ ਆਪਣਾ ਹੀ ਕੀਤਾ, ਲੋਕਾਂ ਦਾ ਕੋਈ ਵਿਕਾਸ ਨਹੀਂ ਹੈ। ਮੈਂ ਇਹੀ ਸੈਂਟਰ ਹਲਕੇ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਭੈਣ ਦਲਵੀਰ ਕੌਰ ਨੂੰ ਵੱਡੀ ਲੀਡ ਨਾਲ ਜਿਤਾਉਂਦੇ ਹੋ। ਜਿੰਨੇ ਵੀ ਤੁਹਾਡੇ ਹਲਕੇ ਦੇ ਵਿਕਾਸ ਹੋਣ ਵਾਲੇ ਆ ਉਹ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ। ਔਰ ਭੈਣ ਦਲਵੀਰ ਕੌਰ ਪਹਿਲਾਂ ਕੌਂਸਲਰ ਰਹੇ ਆ, ਇਹਨਾਂ ਨੇ ਪਹਿਲਾਂ ਵੀ ਬਹੁਤ ਵਧੀਆ ਕੰਮ ਕੀਤਾ ਔਰ ਹੁਣ ਵੀ ਇਹ ਅਗਰ ਤੁਸੀਂ ਸੈਂਟਰ ਹਲਕੇ ਦੇ ਲੋਕ ਇਹਨਾਂ ਨੂੰ ਫਤਵਾ ਦਿੰਦੇ ਆ, ਜਿੱਤ ਪ੍ਰਾਪਤ ਕਰਾਉਂਦੇ ਆ, ਤੇ ਹਲਕੇ ਦਾ ਸਰਬਪੱਖੀ ਵਿਕਾਸ ਜਿਹੜਾ ਉਹ ਕਰਵਾਇਆ ਜਾਏਗਾ। ਤੇ ਇੱਕ ਸਵਾਲ ਮੇਰਾ ਹੋਰ ਸੀ ਕਿ ਜਿਵੇਂ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੋਊਗਾ, ਤੇ ਲੋਕਾਂ ਦੀ ਕਿੰਨੀ ਕੁ ਸਪੋਰਟ ਆ ਤੁਹਾਡੇ ਨਾਲ, ਔਰ ਤੁਸੀਂ ਆਪਣਾ ਮੁਕਾਬਲਾ ਜਿਹੜਾ ਆ ਉਹ ਕਿਹਦੇ ਨਾਲ ਸਮਝਦੇ ਹੋ? ਦੇਖੋ ਜੀ, ਜਿਹੜਾ ਸਾਡਾ ਮੁੱਖ ਮੁਕਾਬਲਾ ਹੈ ਉਹ ਕਾਂਗਰਸ ਪਾਰਟੀ ਨਾਲ ਹੈ। ਬਾਕੀ ਜਿਹੜੇ ਕੈਂਡੀਡੇਟ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਭਾਰਤੀ ਜਨਤਾ ਪਾਰਟੀ ਹੈ, ਉਹ ਕਿਸੇ ਵੀ ਫੀਲਡ ਦੇ ਵਿੱਚ, ਉਹ ਕਿਸੇ ਵੀ ਮੈਦਾਨ ਦੇ ਵਿੱਚ ਨਹੀਂ ਹੈ। ਮੁੱਖ ਮੁਕਾਬਲਾ ਜਿਹੜਾ ਸਾਡਾ ਕਾਂਗਰਸ ਦਾ ਜਿਹੜਾ ਕੈਂਡੀਡੇਟ ਹੈ ਓਮ ਪ੍ਰਕਾਸ਼ ਸੋਨੀ, ਉਹਦੇ ਨਾਲ ਹੈ। ਲੋਕਾਂ ਦਾ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ, ਪਰ ਓਮ ਪ੍ਰਕਾਸ਼ ਸੋਨੀ ਕਾਂਗਰਸ ਦਾ ਜਿਹੜਾ ਕੈਂਡੀਡੇਟ ਆ ਉਹ ਬਹੁਤ ਬੁਖਲਾਹਟ 'ਚ ਆ, ਔਰ ਉਹਦਾ ਬੇਟਾ ਜਿਹੜਾ ਕੌਂਸਲਰ ਵਿਕਾਸ ਸੋਨੀ, ਦੇਖਣ ਨੂੰ ਇਹ ਮਿਲ ਰਿਹਾ ਕਿ ਉਹ ਅਨਗੜ੍ਹ, ਫਤਿਹ ਸਿੰਘ ਕਲੋਨੀ ਔਰ ਹੋਰ ਵੀ ਇਲਾਕਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਡਰਾ ਧਮਕਾ ਰਿਹਾ, ਔਰ ਇਹ ਕਹਿ ਰਿਹਾ ਕਿ ਇਹਨਾਂ ਦੇ ਜਿਹੜੇ ਤੁਸੀਂ ਝੂਠੇ ਲੋਕਾਂ ਦੇ, ਠੱਗਾਂ ਲੋਕਾਂ ਦੇ ਬੋਰਡ ਕਿਉਂ ਲਗਾਏ ਆ, ਉਹ ਸਾਡੇ ਬੋਰਡ, ਹੋਰਡਿੰਗ ਬੋਰਡ ਔਰ ਝੰਡੇ ਵਗੈਰਾ ਉਤਰਵਾ ਰਿਹਾ। ਇੱਥੋਂ ਪਤਾ ਲੱਗਦਾ ਕਿ ਉਹਨੇ ਆਪਣੀ ਹਾਰ ਕਬੂਲ ਲਈ ਆ। ਔਰ ਜਿਹੜੀ ਸਾਡੀ ਭੈਣ ਦਲਵੀਰ ਕੌਰ ਆ, ਇਹਨਾਂ ਨੂੰ ਬੜਾ ਭਰਵਾਂ ਹੁੰਗਾਰਾ ਮਿਲਿਆ, ਬਸਪਾ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ। ਔਰ ਕਾਂਗਰਸ ਦਾ ਜਿਹੜਾ ਕੈਂਡੀਡੇਟ ਉਹ ਬੁਖਲਾਹਟ 'ਚ ਆ, ਸਾਡੇ ਝੰਡੇ ਡੰਡੇ ਬੈਨਰ ਉਤਰਵਾ ਰਿਹਾ, ਆਪਣੀ ਹਾਰ ਉਹਨੇ ਕਬੂਲ ਕਰ ਲਈ ਹੈ। ਔਰ ਬਹੁਜਨ ਸਮਾਜ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਵੱਡੀ ਲੀਡ ਨਾਲ ਜਿੱਤ ਰਿਹਾ, ਔਰ ਇਹ ਵਿਧਾਨ ਸਭਾ ਦੇ ਵਿੱਚ ਪਹੁੰਚ ਰਿਹਾ। ਜਿਹੜਾ ਹਾਥੀ ਹੈ ਸਾਡਾ, ਉਹ ਵਿਧਾਨ ਸਭਾ ਵੱਲ ਨੂੰ ਵੱਧਦਾ ਜਾ ਰਿਹਾ। ਔਰ ਬਹੁਜਨ ਸਮਾਜ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਪੂਰੇ ਗਠਬੰਧਨ ਦੇ ਨਾਲ 2022 ਦੇ ਵਿੱਚ ਪੂਰੀ ਬਹੁਮਤ ਦੇ ਨਾਲ ਸਰਕਾਰ ਬਣਾਉਣ ਜਾ ਰਹੀ ਹੈ।